ਸੋ 100% ਪਲੇਸਮੈਂਟ ਦੇਣ ਦੇ ਲਈ ਤੁਹਾਨੂੰ ਕਈ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਕੀ ਚੀਜ਼ਾਂ ਕੰਪਨੀ ਨੂੰ ਚਾਹੀਦੀਆਂ। ਜਦੋਂ ਕੰਪਨੀ ਤੁਹਾਨੂੰ ਪਤਾ ਚੱਲੇ ਕੰਪਨੀ ਕਿਹੜੀ ਚੀਜ਼ ਚਾਹੀਦੀ, ਤੁਸੀਂ ਉਹ ਚੀਜ਼ਾਂ ਕਿਸੇ ਵੀ ਸਟੂਡੈਂਟ ਨੂੰ ਸਿਖਾਓਗੇ ਤਾਂ 100% ਉਹਦੀ ਪਲੇਸਮੈਂਟ ਹੋ ਜਾਣੀ ਹੈ। ਹੁਣ ਕੀ ਹੈ ਕਿ ਕੰਪਨੀਆਂ ਦੇ ਵਿੱਚ ਦੋ ਤਰੀਕੇ ਨਾਲ ਚੀਜ਼ਾਂ ਦੇਖੀਆਂ ਜਾਂਦੀਆਂ, ਦੋ ਚੀਜ਼ਾਂ ਬਹੁਤ ਮੇਨਲੀ ਦੇਖੀਆਂ ਜਾਂਦੀਆਂ, ਇੱਕ ਤੁਹਾਡਾ ਟੈਕਨੀਕਲਸ, ਇੱਕ ਤੁਹਾਡੇ ਕਮਿਊਨੀਕੇਸ਼ਨਸ। ਹੁਣ ਟੈਕਨੀਕਲ ਤਾਂ ਜਦੋਂ ਅਸੀਂ ਕਾਲਜ ਜਾਂ ਕਿਤੇ ਵੀ ਪੜ੍ਹਦੇ ਹਾਂ, ਟੈਕਨੀਕਲ ਉੱਥੇ ਜੋ ਸਿਖਾਇਆ ਜਾਂਦਾ, ਜੋ ਉੱਥੇ ਪ੍ਰੈਕਟੀਕਲ ਤੁਹਾਨੂੰ ਦਿੱਤੇ ਜਾਂਦੇ ਆ, ਉਹ ਪ੍ਰੈਕਟੀਕਲ ਉਹ ਬੁੱਕਿਸ਼ ਵਾਲੇ ਹੁੰਦੇ ਆ, ਉਹ ਬਹੁਤ ਘੱਟ ਹੁੰਦੇ ਆ ਜਿਹੜੇ ਕਿ ਅੱਗੇ ਜਾ ਕੇ ਕਾਲਜ ਦੇ ਅੰਦਰ ਕੰਮ ਆਉਣੇ ਹੁੰਦੇ ਆ। ਠੀਕ ਹੈ, ਅਤੇ ਉਹ ਫਿਰ ਜਿਹੜੇ ਤੁਸੀਂ ਕੰਪਨੀ 'ਚ ਪ੍ਰੈਕਟੀਕਲ ਚਾਹੀਦੇ ਉਹ ਕਦੋਂ ਤੁਸੀਂ ਸਿੱਖਦੇ, ਜਦੋਂ ਤੁਸੀਂ ਕੁਛ ਇੰਡਸਟਰੀਅਲ ਟ੍ਰੇਨਿੰਗ ਲੈਂਦੇ ਆ, ਜਿੱਦਾਂ ਇੰਜੀਨੀਅਰਿੰਗ ਵਾਲੇ ਬੰਦਿਆਂ ਦੀ ਇੰਡਸਟਰੀਅਲ ਟ੍ਰੇਨਿੰਗ ਹੁੰਦੀ ਹੈ ਨਾ, ਉਹ ਬੰਦੇ ਉਸ ਟਾਈਮ 'ਤੇ ਜਾ ਕੇ ਉੱਥੇ ਸਿੱਖਦੇ ਉਹ ਟੈਕਨੀਕਲ। ਪਰ ਕਈ ਵਾਰ ਅਸੀਂ ਇੰਡਸਟਰੀਅਲ ਟ੍ਰੇਨਿੰਗ ਵੀ ਐਵੇਂ ਕਿਤੇ ਟਾਈਮ ਪਾਸ ਲਈ ਲਗਾ ਲੈਂਦੇ ਆ, ਜਾਂ ਫਿਰ ਕਹਿੰਦੇ ਸਰਟੀਫਿਕੇਟ ਬਣਾ ਦਿਓ, ਫਿਰ ਮੰਨ ਲਓ ਖਤਮ, ਸਮਝ ਲਓ ਕਿ ਤੁਸੀਂ ਬੀਟੈਕ ਜਿਹੜੀ ਚੀਜ਼ ਕੀਤੀ ਹੈ, ਤੁਸੀਂ ਕੰਪਿਊਟਰ ਸਾਇੰਸ ਦੀ ਬੀਟੈਕ ਕੀਤੀ ਹੈ, ਤਾਂ ਤੁਹਾਡਾ ਆਲ ਓਵਰ ਪੂਰਾ ਦਾ ਪੂਰਾ ਚੀਜ਼ ਖਤਮ ਆ। ਫਿਰ ਔਖਾ ਹੀ ਹੋਵੇ ਤੁਹਾਨੂੰ, ਪਹਿਲਾਂ ਜੋਬ IT 'ਚ ਮਿਲਣੀ ਆ, ਫਿਰ ਉਹਦੇ ਲਈ ਤੁਹਾਨੂੰ ਫਿਰ ਸਾਰਾ ਤੋਂ ਸਟਾਰਟਿੰਗ ਕਰਨਾ ਪੈਣਾ, ਟ੍ਰੇਨਿੰਗ ਸਟਾਰਟਿੰਗ ਕਰਨੀਆਂ ਪੈਣੀਆਂ, ਫੇਰ ਜਾ ਕੇ ਆਉਣੀ। ਠੀਕ ਹੈ, ਹੁਣ ਦੂਸਰੀ ਚੀਜ਼ ਆਉਂਦੀ ਹੈ ਕਮਿਊਨੀਕੇਸ਼ਨ। ਹੁਣ ਕਮਿਊਨੀਕੇਸ਼ਨ ਨੂੰ ਅਸੀਂ ਇੱਦਾਂ ਸਮਝ ਲੈਂਦੇ ਹਾਂ ਕਿ ਜਿਹੜਾ ਬੰਦਾ ਇੰਗਲਿਸ਼ ਵਿੱਚ ਬੋਲ ਲੈਂਦਾ ਹੈ ਉਹਦੀ ਕਮਿਊਨੀਕੇਸ਼ਨ ਵਧੀਆ। ਇਹ ਚੀਜ਼ ਕਮਿਊਨੀਕੇਸ਼ਨ ਨਹੀਂ ਹੈਗੀ। ਕਮਿਊਨੀਕੇਸ਼ਨ ਦਾ ਮਤਲਬ ਹੈ ਕਿ ਤੁਸੀਂ ਪ੍ਰੋਬਲਮ ਸੋਲਵਿੰਗ ਕਿਸ ਤਰੀਕੇ ਨਾਲ ਲੈ ਕੇ ਚੱਲਦੇ ਆ, ਤੁਹਾਡੇ ਸਾਹਮਣੇ ਕੋਈ ਸਿਚੁਏਸ਼ਨ ਨਵੀਂ ਕ੍ਰੀਏਟ ਹੁੰਦੀ ਹੈ, ਨਵੀਂ ਸਿਚੁਏਸ਼ਨ ਤੁਹਾਡੇ ਸਾਹਮਣੇ ਆਉਂਦੀ ਹੈ, ਤੁਸੀਂ ਉਹਨੂੰ ਕਿਸ ਤਰੀਕੇ ਨਾਲ ਡੀਲ ਕਰਦੇ ਆ, ਉਸ ਕਮਿਊਨੀਕੇਸ਼ਨ ਦੇ ਵਿੱਚ ਪਾਰਟ ਆਉਂਦਾ। ਹੁਣ ਇਹਦੇ ਅੰਦਰ ਟੀਮ ਬਿਲਡਿੰਗਸ ਵੀ ਆਉਂਦੀਆਂ ਕਿ ਤੁਹਾਨੂੰ ਮਤਲਬ 4 ਬੰਦਿਆਂ ਨੂੰ ਸੇਮ ਇੱਕ ਪ੍ਰੋਜੈਕਟ ਦੇ ਦਿੱਤਾ, ਕੋਈ ਉਹਦੀ ਵੈਬਸਾਈਟ ਦੇਖਦਾ, ਕੋਈ ਉਹਦਾ ਵੈਬ ਡਿਜ਼ਾਈਨਿੰਗ ਦੇਖਦਾ, ਕੋਈ ਉਹਦੀ ਗ੍ਰਾਫਿਕਸ ਦੇਖਣ ਦੇ ਆ, ਕੋਈ ਉਹਦੇ ਵੈਬ ਡਿਵੈਲਪਮੈਂਟ ਦੇਖਦਾ, ਕੋਈ SEO ਦੇਖਦਾ, ਕੋਈ ਟੈਸਟਿੰਗ ਦੇਖਦਾ ਪਿਆ। ਹੁਣ ਉਹ ਸਾਰੇ ਬੰਦਿਆਂ ਨੇ ਰਲ ਕੇ ਇੱਕ ਵੈਬਸਾਈਟ ਬਣਾਉਣੀ ਹੈ। ਹੁਣ ਇਹ ਨਹੀਂ ਹੈ ਕਿ ਉਹ 4 ਬੰਦੇ ਨੇ, ਉਸ ਤੋਂ ਬਾਅਦ ਗ੍ਰਾਫਿਕ ਡਿਜ਼ਾਈਨ ਦੇ ਅੰਦਰ ਫਿਰ 2 ਟੀਮਸ ਵਿੱਚ ਡਿਵਾਈਡ ਹੋ ਜਾਂਦੇ, ਕੋਈ ਉਹਦੇ ਵੈਬ ਗ੍ਰਾਫਿਕਸ ਕ੍ਰੀਏਟ ਕਰਨ ਦਿਆ ਹੁੰਦਾ ਹੈ, ਕੋਈ ਉਹਦੇ ਅੰਦਰ ਉਹਦੇ ਬੈਨਰਸ ਕ੍ਰੀਏਟ ਕਰਦਾ ਹੁੰਦਾ, ਅਲੱਗ-ਅਲੱਗ। ਵੀ ਕਿਸ ਬੰਦੇ ਨਾਲ ਕਿਸ ਤਰੀਕੇ ਨਾਲ ਤਾਲਮੇਲ ਸੀ, ਕਿਸ ਤਰੀਕੇ ਨਾਲ ਬਿਠਾਉਣਾ ਕਿ ਤੁਹਾਡਾ ਪ੍ਰੋਜੈਕਟ 100% ਟਾਈਮ 'ਤੇ ਕੰਪਲੀਟ ਹੋ ਜਾਏ। ਕਿਉਂਕਿ IT ਦੇ ਅੰਦਰ ਸਭ ਤੋਂ ਜ਼ਿਆਦਾ ਮੇਨ ਜੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਪਾਰਟ ਆਉਂਦਾ, ਉਹ ਆਉਂਦਾ ਤੁਹਾਡੀ ਡੈਡਲਾਈਨਸ, ਕੰਮ ਨੂੰ ਖਤਮ ਕਰਨਾ। ਅਗਰ ਕੰਮ ਤੋਂ ਡੈਡਲਾਈਨ ਅੱਜ ਦੀ ਹੈ, ਤੁਸੀਂ ਅੱਜ ਕੰਮ ਨਹੀਂ ਖਤਮ ਕਰਦੇ, ਉਸ ਤੋਂ ਬਾਅਦ ਉਸ ਕੰਮ ਨੂੰ ਕੀਤੇ ਦੀ ਵੈਲਿਊ 0 ਹੋ ਜਾਂਦੀ, ਕਿਉਂਕਿ ਕਿਤੇ ਨਾ ਕਿਤੇ ਪੈਸਾ ਸਾਰਾ ਓਵਰਫਲੋ ਹੋ ਜਾਂਦਾ, ਮਤਲਬ ਕਿ ਤੁਹਾਡੇ ਵਾਸਤੇ ਪੈਸਾ ਸਾਡੇ ਹੱਥ 'ਚ ਨਹੀਂ ਆਉਂਦਾ। ਅਗਰ ਪੈਸੇ ਹੀ ਨਹੀਂ ਆਉਂਦਾ ਜਿਸ ਕੰਮ ਲਈ ਅਸੀਂ ਕਰਦੇ ਪਏ ਹਾਂ, ਤਾਂ ਉਸ ਕੰਮ ਦੀ ਕੋਈ ਵੈਲਿਊ ਨਹੀਂ ਰਹਿੰਦੀ। ਤਾਂ ਇਸ ਕਰਕੇ ਡੈਡਲਾਈਨ, ਕੰਮ ਨੂੰ ਟਾਈਮ 'ਤੇ ਖਤਮ ਕਰਨਾ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਸਕਿੱਲ ਹੁੰਦੀ ਆ। ਅਤੇ ਉਹਦੇ ਅੰਦਰ ਟੀਮ ਬਿਲਡਿੰਗ, ਟੀਮ ਦੇ ਅੰਦਰ ਕਿੱਦਾਂ ਕੰਮ ਕਰਨਾ, ਆਪਣੇ ਸੀਨੀਅਰਸ ਨਾਲ ਕਿੱਦਾਂ ਗੱਲ ਕਰਨੀ ਆ, ਫਿਰ ਅਲੱਗ-ਅਲੱਗ ਪਾਰਟੀਸਪੇਟਸ ਕਿੱਦਾਂ ਕਰਨੀਆਂ। ਫਿਰ ਉਸ ਤੋਂ ਬਾਅਦ ਸ਼ੁਰੂ ਹੁੰਦੀਆਂ ਤੁਹਾਡੀਆਂ ਪ੍ਰੈਜੈਂਟੇਸ਼ਨਸ, ਕਿ ਤੁਹਾਨੂੰ ਕੋਈ ਗ੍ਰਾਫਿਕਲੀ ਕੋਈ ਕੰਮ ਦਿੱਤਾ ਗਿਆ, ਠੀਕ ਹੈ, ਅਤੇ ਉਸ ਬੰਦੇ ਨੇ ਤੁਹਾਡੇ ਸਾਹਮਣੇ ਇੱਕ ਪ੍ਰੈਜੈਂਟੇਸ਼ਨ ਰੱਖ ਦਿੱਤੀ ਹੈ ਕਿ ਆਹ ਚੀਜ਼ ਹੈਗੀ, ਇਹਨੂੰ ਦੇਖ ਕੇ ਕੰਮ ਕਰੋ। ਔਰ ਤੁਸੀਂ ਉਸ 'ਤੇ ਬਣਾਇਆ, ਉਸ ਤੋਂ ਬਾਅਦ ਤੁਸੀਂ ਉਸ ਚੀਜ਼ ਨੂੰ ਰੀਪ੍ਰਜੈਂਟ ਵੀ ਕਰਨਾ ਬੰਦੇ ਨੂੰ ਕਿ ਆਹ ਚੀਜ਼ਾਂ ਤੁਸੀਂ ਦਿੱਤੀਆਂ ਸੀ, ਆਹ ਚੀਜ਼ਾਂ ਮੈਂ ਕ੍ਰੀਏਟ ਕੀਤੀਆਂ, ਦੇਖੋ। ਬਹੁਤ ਜ਼ਿਆਦਾ ਗ੍ਰਾਫਿਕ ਡਿਜ਼ਾਈਨਰ ਜਾਂ ਕਹਿ ਲਓ ਵੈਬਸਾਈਟ ਕੋਈ ਬਹੁਤ ਜ਼ਿਆਦਾ ਆਰਟਿਸਟ ਇਸ ਕਰਕੇ ਫੇਲ ਹੋ ਜਾਂਦੇ, ਕਿਉਂਕਿ ਕਲਾਇੰਟ ਨੇ ਉਹਨੂੰ ਕੋਈ ਕੰਮ ਦਿੱਤਾ ਹੁੰਦਾ, ਉਹਨੂੰ ਜੱਜ ਨਹੀਂ ਕਰ ਪਾਉਂਦੇ ਕਿ ਉਹਨੂੰ ਚਾਹੀਦਾ ਕੀ ਹੈ। ਅਗਰ ਜੇ ਤੁਹਾਨੂੰ ਇਹ ਪਤਾ ਚੱਲ ਗਿਆ ਕਿ ਕਲਾਇੰਟ ਚਾਹੁੰਦਾ ਕੀ ਹੈ, ਤੁਸੀਂ ਸੇਮ ਚੀਜ਼ ਬਣਾਤੀ, ਕਲਾਇੰਟ ਹੈਪੀ, ਤੁਹਾਡਾ ਕੰਮ ਛੇਤੀ ਖਤਮ ਹੋ ਜਾਊਗਾ। ਪਰ ਤੁਸੀਂ ਵੀ ਮੌਕਅਪ ਤੇ ਮੌਕਅਪ ਦਿੰਦੇ ਰਹਿੰਦੇ ਬਣਾ ਕੇ, ਕਿਉਂਕਿ ਤੁਹਾਨੂੰ ਤਾਂ ਪਤਾ ਨਹੀਂ ਚੱਲਿਆ ਕਲਾਇੰਟ ਚਾਹੁੰਦਾ ਕੀ ਆ, ਅਤੇ ਕਲਾਇੰਟ ਵੀ ਕਹੀ ਜਾਂਦਾ ਕਿ ਯਾਰ ਇਹ ਕਰੀ ਕੀ ਜਾਂਦੇ, ਸਾਨੂੰ ਤਾਂ ਕੰਮ ਸਮਝ ਨਹੀਂ ਆਉਂਦਾ ਕਿ ਕਰੀ ਕੀ ਜਾਂਦੇ, ਤੁਹਾਡੇ ਕੰਮ ਦੀ ਵੈਲਿਊ ਨਹੀਂ ਪੈਂਦੀ। ਇਸ ਤਰੀਕੇ ਨਾਲ ਕਿ ਜਿਹੜੀ ਚੀਜ਼ਾਂ ਸਭ ਤੋਂ ਮੇਨ ਆਉਂਦੀ ਪ੍ਰੈਜੈਂਟੇਸ਼ਨਸ ਆਉਂਦੀਆਂ, ਕਿ ਜਿੰਨਾ ਵੀ ਤੁਸੀਂ ਕੰਮ ਕੀਤਾ ਹੈ ਉਹਨੂੰ ਕਿੱਦਾਂ ਅਗਲੇ ਬੰਦੇ ਨੂੰ ਪ੍ਰੈਜੈਂਟ ਕਰਨਾ। ਮੰਨ ਲਓ ਕਿ ਤੁਹਾਨੂੰ ਇੱਕ ਕੰਮ ਦਿੱਤਾ ਗਿਆ ਆ, ਹੁਣ ਤੁਸੀਂ ਆਪਣੇ ਟੀਮ ਮੈਂਬਰ ਨੂੰ ਸਮਝਾਉਣਾ ਕਿ ਇਹ ਕੰਮ ਇੱਦਾਂ ਦਾ ਕਰਨਾ, ਅਤੇ ਤੁਸੀਂ ਅਗਰ ਤੁਹਾਡੇ ਤੋਂ ਪ੍ਰੈਜੈਂਟੇਸ਼ਨ ਸਕਿੱਲ ਹੀ ਨਹੀਂ ਹੈਗੀ, ਉਸ ਕੰਮ ਨੂੰ ਸਮਝਾਉਣਾ ਨਹੀਂ ਆ ਰਿਹਾ ਦੂਸਰੇ ਬੰਦੇ ਨੂੰ ਕੀ ਸਮਝੇ, ਤਾਂ ਫਿਰ ਕੰਮ ਖਤਮ ਹੋ ਜਾਣਾ। ਠੀਕ ਹੈ, ਉਸ ਤਰੀਕੇ ਨਾਲ ਉਹ ਚੀਜ਼ ਖਤਮ ਹੁੰਦੀ ਆ। ਫਿਰ ਉਸ ਤੋਂ ਬਾਅਦ ਕਈ ਆਉਂਦੀਆਂ ਤੁਹਾਡੀ ਮਾਈਂਡ ਐਂਡ ਐਕਟੀਵਿਟੀਜ਼, ਕਿਉਂਕਿ ਸਾਡੀ IT ਦੇ ਅੰਦਰ ਕੀ ਹੈ, ਕੰਮ ਬਹੁਤ ਛੇਤੀ ਸ਼ਿਫਟ ਹੁੰਦਾ। ਅੱਜ ਤੁਸੀਂ ਵੈਬਸਾਈਟ ਡਿਜ਼ਾਈਨਿੰਗ 'ਤੇ ਕੰਮ ਕਰਦੇ ਪਏ ਨਾ, ਅਤੇ ਤੁਹਾਨੂੰ ਉਸੇ ਟਾਈਮ ਅਗਲਾ ਟਾਸਕ ਜਿਹੜਾ ਆਉਣਾ, ਉਹ ਬਿਲਕੁਲ ਹੱਟ ਕੇ ਆਉਣਾ, ਜਿਹੜਾ ਤੁਹਾਨੂੰ ਪਤਾ ਵੀ ਨਹੀਂ ਹੋਣਾ ਕਿ ਤੁਸੀਂ ਪਹਿਲੇ ਲਾਈਫ 'ਚ ਕੀਤਾ ਵੀ ਨਹੀਂ ਆ, ਅਤੇ ਉਹਨੇ ਕਹਿਣਾ ਉਹਨੂੰ 2 ਘੰਟੇ ਜਾ ਕੇ ਕਰਕੇ ਦਿਓ। ਅਤੇ ਤੁਸੀਂ ਕੀ ਕਰੋਗੇ ਉਸ ਟਾਈਮ? ਤੁਹਾਡੇ ਇੱਦਾਂ ਦੇ ਸਾਰੇ ਕੰਮ ਹੀ ਛੱਡੀ ਜਾਓਗੇ। ਇੱਕ ਦਿਨ ਬੰਦੇ ਤਾਂ ਹੀ IT 'ਚ ਭੱਜ ਜਾਂਦੇ ਛੱਡ ਕੇ ਕਿ ਯਾਰ ਮੇਰੇ ਕੋਲ ਕੰਮ ਨਹੀਂ ਹੁੰਦਾ, ਕਿਉਂਕਿ ਕੰਮ ਇੰਨੇ ਸ਼ਿਫਟ ਹੁੰਦੇ ਪਏ, ਮੇਰੇ ਕੋਲ ਨਹੀਂ ਹੁੰਦਾ, ਇੰਨਾ ਥੋੜ੍ਹੀ ਨਾ ਹੁੰਦਾ, ਇੰਨੀ ਟੈਨਸ਼ਨ, ਇੰਨਾ ਬੋਝ। ਪਰ IT ਦੇ ਕੰਮ ਤਾਂ ਸਾਰੇ ਇੰਟਰਸਟਿੰਗ ਹੈ, ਜੇ ਤੁਸੀਂ ਦੇਖਿਆ ਜਾਓਗੇ ਤਾਂ ਅਸੀਂ ਵੀ ਉਸੇ ਫੀਲਡ 'ਚ ਬਹੁਤ ਜ਼ਿਆਦਾ ਇੰਟਰਸਟਿੰਗ ਹੈ, ਇੰਨਾ ਪੈਸਾ ਸਾਰਾ ਕੁਛ ਹੈਗਾ, ਪਰ ਛੱਡਦੇ ਕੀ ਇਸੇ ਕਰਕੇ। ਹੁਣ ਉਸ ਟਾਈਮ ਤੁਹਾਨੂੰ ਸਿੱਖਣੀ ਪੈਂਦੀ ਹੈ ਤੁਹਾਡੀਆਂ ਸੈਲਫ ਲਰਨਿੰਗ ਸਕਿੱਲਸ, ਠੀਕ ਹੈ, ਕਿ ਇੱਕ ਪ੍ਰੋਬਲਮ ਸੋਲਵਿੰਗ ਸਕਿੱਲਸ। ਜਿੱਦਾਂ ਮੈਂ ਪਹਿਲਾਂ ਸੈਲਫ ਲਰਨਿੰਗ ਦੀ ਗੱਲ ਕਰਦਾ, ਕਿ ਤੁਹਾਨੂੰ ਜਦੋਂ ਵੀ ਕੋਈ ਟਾਸਕ ਆਉਂਦਾ ਨਵਾਂ, ਤੁਸੀਂ ਉਸ 'ਤੇ ਰਿਸਰਚ ਕਰਨਾ ਸ਼ੁਰੂ ਕਰਦੇ ਆ, ਰਿਸਰਚ ਕਰਕੇ ਉਹਦਾ ਆਨਸਰ ਲੱਭਦੇ ਆ, ਫਿਰ ਤੁਸੀਂ ਉਹਦਾ ਮੀਨਿੰਗ ਮਿਲਦਾ, ਜੋ ਵੀ ਕਰਨਾ ਤੁਸੀਂ ਉਹਦਾ ਆਨਸਰ ਅੱਗੇ ਕਰਕੇ ਦਿੰਦੇ, ਉਹ ਖੁਦ ਹੀ ਕਰਦੇ, ਫਿਰ ਤੁਹਾਨੂੰ ਕਿਸੇ 'ਤੇ ਡਿਪੈਂਡ ਨਹੀਂ ਹੋ ਸਕਦਾ। ਹਿੰਟ ਤੁਹਾਨੂੰ ਛੋਟਾ ਜਿਹਾ ਮਿਲ ਗਿਆ, ਤੁਸੀਂ ਸਾਰਾ ਕੰਮ ਖਤਮ ਕਰ ਦੇਣਾ। ਦੂਸਰੀ ਚੀਜ਼ ਇਹ 'ਚ ਸਿੱਖਦੇ ਹਾਂ ਅਸੀਂ ਪ੍ਰੋਬਲਮ ਸਾਰਾ ਓਪਰਚੁਨਿਟੀਜ਼। ਜਦੋਂ ਵੀ ਤੁਹਾਨੂੰ ਕੋਈ ਲਾਈਫ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਨਾ, ਉਸ ਟਾਈਮ ਅਸੀਂ ਇਹ ਚੀਜ਼ ਹੌਲੀ ਕਰਕੇ ਸਿੱਖ ਜਾਂਦੇ ਹਾਂ ਕਿ ਯਾਰ ਇਹ ਓਪਰਚੁਨਿਟੀ ਆ, ਇਸ ਨੂੰ ਮੈਂ ਕਰ ਲਿਆ ਤਾਂ ਮੈਂ ਲਾਈਫ 'ਚ ਅੱਗੇ ਨਿਕਲ ਜਾਣਾ। ਠੀਕ ਹੈ, ਅਗਰ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਔਰ ਤੁਸੀਂ ਉਸ ਤੋਂ ਕਹੋ ਮੇਰੇ ਤੋਂ ਨਹੀਂ ਹੋਣਾ, ਮੇਰੇ ਕੋਲ ਨਹੀਂ, ਚੀਜ਼ ਮੇਰੇ ਵਾਸਤੇ ਦੀ ਨਹੀਂ ਹੈਗੀ, ਤੁਸੀਂ ਉਹ ਤੋਂ ਨੱਠਣ ਦੀ ਕੋਸ਼ਿਸ਼ ਕਰੋ, ਫਿਰ ਕੀ ਹੋਣਾ? ਕੰਪਨੀਆਂ ਵਾਲਿਆਂ ਦਾ ਆਪ ਹੀ ਤੁਹਾਨੂੰ ਕੱਢਣਾ ਹੀ ਆ।
ਠੀਕ ਹੈ। ਫਿਰ ਉਸ ਟਾਈਮ ਜਿਹੜੀ ਸਕਿੱਲ ਕੰਮ ਆਉਂਦੀ ਉਹੀ ਆਉਂਦੀ ਹੈ ਪ੍ਰੋਬਲਮ ਸਰ ਓਪਰਚੁਨਿਟੀ। ਜਦੋਂ ਤੁਹਾਨੂੰ ਕੋਈ ਨਵੀਂ ਪ੍ਰੋਬਲਮ ਆਉਂਦੀ ਤੁਹਾਡੇ ਮਨ 'ਚ ਇੱਕ ਘੰਟੇ 'ਚ ਹੀ ਵੱਜਦੀ ਦਿਮਾਗ 'ਚ, ਉਹ ਨਵੀਂ ਚੀਜ਼ ਆਈ ਸਿੱਖਣ ਨੂੰ। ਹੁਣ ਮੇਰਾ ਐਕਸਪੀਰੀਅੰਸ ਵੱਧ ਜਾਣਾ, ਚੀਜ਼ਾਂ ਮੈਂ ਨਵੀਆਂ ਸਿੱਖ ਲੈਣੀਆਂ, ਤਾਂ ਮੇਰੇ ਕੋਲ ਇੱਕ ਹੋਰ ਨਵੀਂ ਚੀਜ਼ ਆ ਜਾਣੀ ਜਿਹੜੀ ਮੈਨੂੰ ਇਨ ਫਿਊਚਰ ਬਹੁਤ ਜ਼ਿਆਦਾ ਕੰਮ ਵਾਲੀ ਚੀਜ਼ ਹੈ। ਤਾਂ ਇਹ ਜਿਹੜੀ ਸਕਿੱਲਸ ਹੈਗੀ ਜਿਹੜੀ ਆ ਪ੍ਰੋਬਲਮਸ ਔਰ ਓਪਰਚੁਨਿਟੀਜ਼, ਇਹ ਕਿੰਨੀ ਛੇਤੀ ਆ ਜਾਊਗੀ, ਟਾਈਮ ਲੱਗਦਾ ਇਹਨਾਂ ਨੂੰ ਸਿਖਾਉਣ ਵਾਸਤੇ। ਅਸੀਂ ਚੀਜ਼ਾਂ ਸਿਖਾਉਂਦੇ ਹਾਂ, ਸੈਲਫ ਲਰਨਿੰਗ। ਤੁਹਾਨੂੰ ਕੋਈ ਚੀਜ਼ ਬੰਦਾ ਕਹੇ ਆਹ ਚੀਜ਼ ਆਪ ਹੀ ਕਰ, ਤੁਸੀਂ ਤਾਂ ਆ ਕੇ ਬਹਿਸ ਵੀ ਅਸੀਂ ਕਰਦੇ ਕਿ ਤੁਹਾਨੂੰ ਅਸੀਂ ਪੈਸੇ ਦਿੱਤੇ, ਤੁਸੀਂ ਸਿਖਾਓ, ਹੱਥ ਪੜ੍ਹ ਕੇ ਸਿਖਾਓ, ਅਸੀਂ ਕਿਉਂ ਕਰੀਏ ਖੁਦ ਤੋਂ। ਪਰ ਇਹ ਚੀਜ਼ ਵੀ ਤੁਹਾਨੂੰ ਸਿਖਾਉਣੀ ਕਿ ਸੈਲਫ ਲਰਨਿੰਗ ਬਹੁਤ ਜ਼ਿਆਦਾ ਇੰਪੋਰਟੈਂਟ ਆ, ਇਹ ਵੀ ਸਾਡਾ ਕੰਮ ਆ। ਅਸੀਂ ਤਿੰਨੋਂ ਚੀਜ਼ਾਂ ਤੁਹਾਨੂੰ ਸਿਖਾਉਂਦੇ, ਫਿਰ ਉਸ ਨੂੰ ਤੁਹਾਨੂੰ ਬੈਨੀਫਿਟ ਉਹਦੇ ਦੱਸਦੇ ਕਿੱਦਾਂ ਹੋਣੀਆਂ, ਫਿਰ ਇਹ ਚੀਜ਼ ਹੋਣੀ ਕਿੱਦਾਂ, ਤੁਹਾਡੇ ਦਿਮਾਗ 'ਤੇ ਬੋਝ ਨਾ ਪਵੇ, ਉਹਨੂੰ ਕਿੱਦਾਂ ਅੱਗੇ ਟੈਕਲ ਕਰਨਾ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਸਿਖਾਈਆਂ ਜਾਂਦੀਆਂ ਇਕੱਲੇ ਸਟੈਪ ਬਾਏ ਸਟੈਪ। ਕੁਛ ਬੰਦੇ ਨੂੰ ਛੇਤੀ ਗ੍ਰੈਬ ਕਰ ਲੈਂਦੇ, 6 ਮੰਥ ਦੇ ਵਿੱਚ, ਕੋਈ ਜ਼ਿਆਦਾ ਟਾਈਮ ਲਾ ਦਿੰਦੇ ਆ, ਸਾਲ ਇੱਕ ਲਾ ਦਿੰਦੇ ਆ, ਠੀਕ ਹੈ। ਇਹ ਚੀਜ਼ਾਂ ਆਉਂਦੀਆਂ। ਹੁਣ ਕੀ ਹੈ ਕਿ ਜਦੋਂ ਇਹ ਛੋਟੀਆਂ ਚੀਜ਼ਾਂ ਤੁਸੀਂ ਸਿੱਖਦੇ ਆ, ਤਾਂ ਸਾਨੂੰ ਪਤਾ ਹੈ ਕਿ ਯਾਰ ਜੋ ਸਕਿੱਲਸ ਤੁਹਾਡੇ ਵਿੱਚ ਹੈਗੀ, ਜੋ ਚੀਜ਼ ਤੁਹਾਨੂੰ ਕਰਾਈ ਗਈ ਆ, ਉਹ 96% ਲੋਕਾਂ ਨੂੰ ਨਹੀਂ ਆਉਂਦੀ। 96 ਮੈਂ ਇਹ ਡਾਟਾ ਕਿੱਥੋਂ ਚੱਕਦਾ, ਕਿਉਂਕਿ 2018 ਦੀ ਜਿਹੜੀ ਰਿਪੋਰਟ ਆਈ ਸੀਗੀ, 16 ਚ ਆਈ, 18 ਚ ਆਈ, ਉਸ ਤੋਂ ਪਹਿਲਾਂ ਵੀ ਆਈ ਕਿ 96% ਜਿਹੜੇ ਕੰਪਿਊਟਰ ਇੰਜੀਨੀਅਰਸ ਬੰਦੇ ਆ ਉਹਨਾਂ ਨੂੰ ਜੌਬਸ ਨਹੀਂ ਮਿਲਦੀਆਂ, ਸਿਰਫ 4% ਲੋਕਾਂ ਨੂੰ ਮਿਲਦੀਆਂ, ਠੀਕ ਹੈ, ਜਾਂ 6% ਮਿਲਦੀਆਂ ਹੋਣਗੀਆਂ। ਫਿਰ ਇੱਕ ਹੋਰ ਡਾਟਾ ਇਹਦੇ ਵਿੱਚ 20% ਲਿਖਿਆ ਗਿਆ ਸੀਗਾ, ਮਤਲਬ ਕਿ ਕੰਪਿਊਟਰ ਸਾਇੰਸ ਦੇ ਬੰਦੇ 20% ਪਲੇਸ ਹੋ ਜਾਂਦੇ, ਮਤਲਬ 80% ਵੀ ਲਾ ਲਓ, ਬਹੁਤ ਜ਼ਿਆਦਾ ਡਾਟਾ। ਅਤੇ ਉਹ 20% ਕੌਣ ਲੋਕ ਆ, ਉਹ ਉਹੀ ਹੈ ਜਿਹੜੇ ਅਸੀਂ ਤੁਹਾਨੂੰ ਸਿਖਾਉਂਦੇ ਹਾਂ। ਇਸ ਕਰਕੇ ਸਾਡੀ ਪਲੇਸਮੈਂਟਸ 100% ਹੁੰਦੀਆਂ। ਹੁਣ ਜਿਹੜੇ ਪ੍ਰੈਕਟੀਕਲ ਤੁਸੀਂ ਕੰਮ ਸਿੱਖਦੇ ਆ, ਲੋਕ 6 ਮੰਥ ਦੇ ਬੱਚੇ ਦੇ ਅਲੱਗ-ਅਲੱਗ ਇੰਸਟੀਟਿਊਸ਼ਨ 'ਚ ਜਾਂਦੇ ਹੋ, ਤਾਂ 6 ਮੰਥ 'ਚ ਇੱਕ ਪ੍ਰੋਜੈਕਟ ਕੰਪਲੀਟ ਕਰਦੇ, ਉਹ ਵੀ ਜਿਹੜਾ ਕਿ ਉਹਨਾਂ ਨੇ ਆਪ ਨਹੀਂ ਕੀਤਾ ਹੁੰਦਾ, ਉਹ ਵੀ ਕਿਤੇ ਨਾ ਕਿਤੇ ਪੁੱਛੇ ਹੁੰਦੇ, ਅੱਧੀਆਂ ਚੀਜ਼ਾਂ ਤਾਂ ਉਹਨਾਂ ਨੂੰ ਬਣੀਆਂ ਮਿਲ ਜਾਂਦੀਆਂ। ਬਟ ਸਾਡੇ 6 ਮੰਥ ਦੇ ਸਟੂਡੈਂਟ 6 ਮੰਥ ਦੇ ਵਿੱਚ ਘੱਟੋ-ਘੱਟ 6-7 ਪ੍ਰੋਜੈਕਟ ਕੰਪਲੀਟ ਕਰਦੇ ਆ। ਫਿਰ ਉਸ ਤੋਂ ਬਾਅਦ ਇੱਕ ਇੱਦਾਂ ਦਾ ਵੀ ਪ੍ਰੋਜੈਕਟ ਹੁੰਦਾ ਜਿਹੜਾ ਉਹਨਾਂ ਨੇ ਲਾਈਵ ਹੀ ਕੀਤਾ ਹੁੰਦਾ, ਕਲਾਇੰਟ ਬੇਸਡ ਪ੍ਰੋਜੈਕਟ ਹੁੰਦਾ, ਉਹ ਵੀ ਉਹਨੇ ਲਾਈਵ ਕੀਤਾ ਹੁੰਦਾ ਪ੍ਰੋਜੈਕਟ। ਅਤੇ ਇਹਨਾਂ ਬੱਚਿਆਂ ਨੂੰ ਕਿਉਂ ਨਹੀਂ ਜੋਬ ਦੇਊਗਾ? ਹਰ ਕਿਤੇ ਜਦੋਂ ਵੀ ਕਿਤੇ ਇੰਟਰਵਿਊ ਜਾਂਦੇ ਉੱਥੇ ਇਹਨਾਂ ਨੂੰ ਜੋਬ ਮਿਲਦੀ ਹੈ। ਉਸ ਦੇ ਕੁਝ ਕਮੀਆਂ ਪੇਸ਼ੀਆਂ ਆਉਂਦੀਆਂ ਬੱਚਿਆਂ ਜਿਹੜੀਆਂ ਸਾਨੂੰ ਪਿਛਲੇ ਕੁਝ ਸਾਲਾਂ ਤੋਂ ਪਤਾ ਚੱਲਿਆ ਹੋਇਆ ਕਿ ਉਹਨਾਂ ਦੀ ਇੰਗਲਿਸ਼ ਦੀ ਪ੍ਰੋਬਲਮ। ਹੁਣ ਇੰਗਲਿਸ਼ ਇਕੁਅਲ ਟੂ ਕਮਿਊਨੀਕੇਸ਼ਨ ਤਾਂ ਨਹੀਂ ਹੈ, ਬਟ ਇੰਗਲਿਸ਼ ਹੈ। ਇੰਗਲਿਸ਼ ਦੀ ਵੀ ਸਾਨੂੰ ਕਿੰਨੀ ਕੁ ਚੀਜ਼ ਸਾਡੇ ਲਈ ਇੰਪੋਰਟੈਂਟ ਰੱਖਦੀ ਹੈ ਕਿ ਤੁਹਾਨੂੰ ਕੋਈ ਇੰਗਲਿਸ਼ ਦੇ ਵਿੱਚ ਲਿਖ ਕੇ ਸਾਹਮਣੇ ਚੀਜ਼ ਦਿੱਤੀ ਹੈ ਕਿਸੇ ਨੇ, ਤਾਂ ਤੁਸੀਂ ਉਹਨੂੰ ਸਮਝ ਸਕੋ, ਉਹ ਕੀ ਲਿਖਿਆ ਗਿਆ, ਉਹਦੇ ਅੰਦਰ ਕੀ ਕਰਨਾ, ਸਾਰਾ ਕੁਝ ਸਮਝ ਸਕੋ। ਬਾਕੀ ਦਾ ਇਨਵਾਇਰਮੈਂਟ ਤੁਹਾਨੂੰ ਖੁਦ ਹੀ ਕ੍ਰੀਏਟ ਕਰ ਦਿੰਦਾ, ਠੀਕ ਹੈ। ਬਾਕੀ ਇਨਵਾਇਰਮੈਂਟ ਨਾਲ ਤੁਹਾਨੂੰ ਇੰਗਲਿਸ਼ ਆ ਜਾਂਦੀ, ਬੋਲਣੀ ਸਭ ਕੁਝ ਆਉਂਦਾ, ਬਟ ਇੰਨੀ ਹੋਵੇ ਕਿ ਸਾਹਮਣੇ ਜੋ ਤੁਹਾਨੂੰ ਇੱਕ ਟਾਸਕ ਦਿੱਤਾ ਗਿਆ ਉਹ ਸਾਰਾ ਤੁਸੀਂ ਸਮਝ ਲਓ ਅਤੇ ਉਸ 'ਤੇ ਆਪਣਾ ਪਰਫੋਰਮ ਕਰ ਦਿਓ। ਜਿਸ ਦਿਨ ਇਹ ਵੀ ਚੀਜ਼ ਤੁਸੀਂ ਕਰਨੀ ਸਿੱਖ ਜਾਂਦੇ ਹੋ, ਉਸ ਟਾਈਮ ਹੋ ਜਾਂਦੀ ਹੈ ਤੁਹਾਡਾ ਕੰਮ। ਫਿਰ ਉਸ ਤੋਂ ਵਿੱਚ ਅਸੀਂ ਫਿਰ ਤੁਹਾਨੂੰ ਕਦੀ ਕਹਿ ਦਿੰਦੇ ਆ ਕਿ ਕੁਝ ਬੱਚਿਆਂ ਨੂੰ ਕਿ ਤੁਸੀਂ ਇੰਗਲਿਸ਼ ਦੀਆਂ ਕਲਾਸਿਸ ਲੈਣੀਆਂ ਸ਼ੁਰੂ ਕਰੋ। ਫਿਰ ਤੁਸੀਂ ਉਹ ਇੰਗਲਿਸ਼ ਦੇ ਕਲਾਸਿਸ ਲੈਂਦੇ ਆ ਜਿਹੜੀਆਂ ਕਿ ਸਾਡੀ ਸਾਇੰਸ ਬੇਸਡ ਟੈਕਨੀਕ 'ਤੇ ਤੁਹਾਨੂੰ ਇੰਗਲਿਸ਼ ਸਿਖਾਈ ਜਾਂਦੀ ਹੈ। ਉਹ ਫਿਰ ਉਹ ਉੱਦਾਂ ਨਹੀਂ ਹੁੰਦੀ, ਉਹ ਇੱਕ ਲੈਂਗੁਏਜ ਤੁਸੀਂ ਸਿੱਖਦੇ, ਨਾ ਕਿ ਤੁਸੀਂ ਇੰਗਲਿਸ਼ ਐਜ਼ ਏ ਸਬਜੈਕਟ ਸਿੱਖਦੇ। ਤੁਸੀਂ ਇੱਕ ਲੈਂਗੁਏਜ ਸਿੱਖਣ ਲੱਗੇ ਹੁੰਦੇ, ਤਾਂ ਉਹਦੇ ਲਈ ਸਾਇੰਸ ਬੇਸਡ ਟੈਕਨੀਕ ਬੈਸਟ ਟੈਕਨੀਕ ਹੈ, ਜਿਹਦੇ ਨਾਲ ਤੁਸੀਂ ਇੰਗਲਿਸ਼ ਬੋਲਣੀ, ਪੜ੍ਹਨੀ, ਸਿੱਖਣੀ ਸਭ ਕੁਝ ਸਿੱਖ ਜਾਂਦੇ ਆ, ਠੀਕ ਹੈ। ਤਾਂ ਉਹ ਈਜ਼ੀ ਕੰਮ ਹੈ, ਜ਼ਿਆਦਾ ਫਿਰ ਟਫ ਨਹੀਂ ਰਹਿੰਦਾ। ਇਸ ਤਰੀਕੇ ਨਾਲ ਓਵਰਆਲ ਹੁਣ ਉਸ ਤੋਂ ਇਲਾਵਾ ਤੁਹਾਨੂੰ ਕੀ ਚੀਜ਼ਾਂ ਕਰਦੇ ਆ, ਸਟੇਜ 'ਤੇ ਤੁਸੀਂ ਪ੍ਰੈਜੈਂਟੇਸ਼ਨ ਦੇਣਾ ਸਿੱਖਦੇ ਆ, ਤੁਸੀਂ ਸਪੀਚ ਦੇਣਾ ਸਿੱਖਦੇ ਆ, ਉਹ ਤੁਹਾਨੂੰ ਅਸੀਂ ਸਿਖਾਈਆਂ ਜਾਂਦੀਆਂ। ਸਾਨੂੰ ਪਤਾ ਕਿ ਅਸੀਂ ਤੁਹਾਨੂੰ ਸਟੇਜ 'ਤੇ ਬੁਲਾ ਕੇ ਵੀ ਤੁਹਾਨੂੰ ਇਹ ਕਦੀ ਨਾ ਮਹਿਸੂਸ ਹੋਵੇ ਕਿ ਯਾਰ ਮੇਰੀ ਇਨਸਲਟ ਹੋਣ ਵਾਲੀ ਜਾਂ ਕੁਛ ਇੱਦਾਂ ਦਾ। ਤੁਹਾਡੇ ਕਿੱਦਾਂ ਅਸੀਂ ਉਹ ਬਾਰ-ਬਾਰ ਤੁਹਾਨੂੰ ਚੀਜ਼ਾਂ ਕਹਿ ਕੇ ਕਿਸ ਤਰੀਕੇ ਨਾਲ ਮੈਂ ਆਪਣੇ ਸਾਰੇ ਕੋਆਰਡੀਨੇਟਰ ਨੂੰ ਕਿਸ ਤਰੀਕੇ ਨਾਲ ਇੱਦਾਂ ਦਾ ਇਨਵਾਇਰਮੈਂਟ ਕ੍ਰੀਏਟ ਕੀਤਾ ਕਿ ਉਹ ਕਦੀ ਤੁਹਾਡਾ ਮਜ਼ਾਕ ਨਹੀਂ ਉਡਾਉਂਦੇ ਜਾਂ ਕੁਛ ਨਹੀਂ, ਉਹ ਬਹੁਤ ਐਪਰੀਸ਼ੀਏਟ ਕਰਦੇ। ਤੁਸੀਂ ਸਟੇਜ 'ਤੇ ਜਾ ਕੇ ਕੁਛ ਵੀ ਨਾ ਬੋਲੋ, ਆਪਣਾ ਨਾਮ ਬੋਲ ਕੇ ਤਦ ਵੀ ਉਹ ਤੁਹਾਡੇ ਲਈ ਕਲੈਪਿੰਗ ਕਰਦੇ, ਐਪਰੀਸ਼ੀਏਸ਼ਨ ਕਰਦੇ। ਇਹ ਇਨਵਾਇਰਮੈਂਟ ਕ੍ਰੀਏਟ ਕਰਨਾ ਕੋਈ ਜ਼ਿਆਦਾ ਕਹਿ ਲਓ ਆਸਾਨ ਕੰਮ ਨਹੀਂ ਸੀ, ਜਿਹੜੇ ਅਸੀਂ ਚੀਜ਼ਾਂ ਕੀਤੀਆਂ। ਅੱਜ ਹਰੇਕ ਬੱਚੇ ਦੇ ਨਾਲ ਅਸੀਂ ਜੁੜੇ ਹੋਏ, ਸਾਡੇ ਬੱਚਿਆਂ ਨੂੰ ਪਤਾ ਹੈ ਕਿ ਅਸੀਂ ਜੋ ਚੀਜ਼ਾਂ ਉਹਨਾਂ ਨੂੰ ਕਰਾਉਂਦੇ ਉਹਨਾਂ ਦੇ ਹੀ ਬੈਨੀਫੀਸ਼ੀਅਲ ਹੁੰਦੀਆਂ, ਇਸ ਕਰਕੇ ਉਹ ਚੀਜ਼ਾਂ ਪਰਫੋਰਮ ਕਰਦੇ ਆ। ਫਿਰ ਹੌਲੀ 1 2 3 ਆਪਣਾ ਨਾਮ ਬੋਲਦੇ, ਹੌਲੀ ਤੁਸੀਂ ਅਗਲੇ 4-5 ਕਹਿ ਲਓ ਜਿੰਨੇ 4-5 ਈਵੈਂਟ ਦੇ ਅੰਦਰ ਤੁਸੀਂ ਆਪਣੀ ਸਪੀਚ ਦੇਣਾ ਸਿੱਖ ਜਾਂਦੇ ਆ, ਸਟੇਜ 'ਤੇ ਬੋਲਣਾ ਸਿੱਖ ਜਾਂਦੇ ਆ। ਸਾਡੇ ਕੁਛ ਇੱਦਾਂ ਦੇ ਸਟੂਡੈਂਟਸ ਉਹਨਾਂ ਨੂੰ ਪਹਿਲਾਂ ਜਿਹੜੀ ਸਟੇਜ 'ਤੇ ਬੋਲਦੇ ਨਹੀਂ ਸੀ, ਨਹੀਂ ਸਰ ਨਹੀਂ ਬੋਲਣਾ, ਔਰ ਅੱਜ ਦੇ ਟਾਈਮ 'ਤੇ ਉਹਨਾਂ ਨੂੰ ਲਾਉਣਾ ਪੈਂਦਾ ਕਿ ਬਸ ਆ ਜਾਓ ਬਹੁਤ ਹੋ ਗਿਆ, ਬਾਕੀਆਂ ਨੂੰ ਵੀ ਟਾਈਮ ਹੈ, ਠੀਕ ਹੈ। ਇੱਦਾਂ ਦੇ ਕਈ ਬੱਚੇ ਮਿਲ ਜਾਣੇ ਆ ਜਿਹੜੇ ਵੀ ਆ ਵੀਡੀਓ ਦੇਖਦੇ ਹੋਣਗੇ, ਥੱਲੇ ਕਮੈਂਟ ਕਰਕੇ ਦੱਸਿਓ ਕਿ ਕੌਣ ਇਸ ਕੈਟਾਗਰੀ ਦੇ ਹੈਗੇ ਸੀ ਜਿਹੜੇ ਪਹਿਲਾਂ ਬੋਲਦੇ ਨਹੀਂ ਸੀ ਅਤੇ ਹੁਣ ਚੁੱਪ ਨਹੀਂ ਕਰਦੇ ਮਤਲਬ ਵਧੀਆ ਚੀਜ਼ ਹੈ, ਤੁਸੀਂ ਸਹੀ ਆ ਬੋਲਦੇ ਆ, ਅੱਜ ਤੁਹਾਨੂੰ ਵਧੀਆ ਲੱਗਦਾ ਕਿ ਸਹੀ ਹੈ ਚੀਜ਼ਾਂ ਸਾਰੀਆਂ। ਫਿਰ ਉਸ ਤੋਂ ਬਾਅਦ ਹੈ ਕਿ ਤੁਹਾਡੇ ਇੰਟਰਵਿਊ ਕੰਡਕਟ ਕਰਨੇ ਆ, ਕਿੱਥੋਂ ਉਹ ਕੁਐਸਚਨਸ ਕ੍ਰੀਏਟ ਕਰਨੇ ਆ ਕਿ ਜਿਹੜੇ ਇੰਟਰਵਿਊ 'ਚ ਪੁੱਛੇ ਜਾਂਦੇ, IT ਦੇ ਨਾਲ ਰਿਲੇਟਡ ਹੋਵੇ, ਤੁਹਾਡੀ HR ਦੇ ਰਿਲੇਟਡ ਹੋਵੇ, ਕੁਐਸਚਨ ਪੁੱਛੇ ਜਾਂਦੇ। ਬਾਅਦ 'ਚ ਉਹਨਾਂ ਕੁਐਸਚਨਾਂ ਨੂੰ ਆਨਸਰ ਤੁਸੀਂ ਦਿੰਦੇ, ਬਾਅਦ 'ਚ ਉਹਨੂੰ ਸਹੀ ਆਨਸਰ ਕਿੱਦਾਂ ਦੇਣਾ, ਇਸ 'ਤੇ ਤੁਹਾਡੀਆਂ ਅਲੱਗ ਵਰਕਸ਼ਾਪਸ ਹੁੰਦੀਆਂ, ਤੁਸੀਂ ਇਹ ਚੀਜ਼ਾਂ ਸਿੱਖਦੇ ਆ। ਅਤੇ ਮਿਹਨਤ ਬਹੁਤ ਕਰਨੀ ਪੈਂਦੀ ਆ, ਫਿਰ ਜਾ ਕੇ ਇੱਕ 100% ਪਲੇਸਮੈਂਟ ਕੋਰਸ ਜਾ ਕੇ ਫਾਈਨਲ ਰੈਡੀ ਹੁੰਦਾ ਬੱਚਾ, ਜਿੱਥੇ 100% ਅਸੀਂ ਇਹਨੂੰ ਪਲੇਸਮੈਂਟ ਦਿੰਦੇ ਹਾਂ। ਅਤੇ ਜਿਹੜੀ ਗੱਲ ਮੇਨ ਹੈ ਕਿ ਇਹ ਅਸੀਂ ਕਰ ਕਿੱਦਾਂ ਲੈਂਦੇ ਇੰਨਾ ਕੁਛ ਹੈ ਨਾ, ਜਿਹੜੀਆਂ ਚੀਜ਼ਾਂ ਇਹ ਉਸੇ ਕਰਕੇ ਕਰਦੇ ਕਿਉਂਕਿ ਸਾਨੂੰ
ਸ਼ੌਂਕ ਆ ਇਸ ਚੀਜ਼ ਦਾ। ਅਸੀਂ ਚਾਹੁੰਦੇ ਹਾਂ ਕਿ ਵੈਲਿਊ ਪ੍ਰੋਵਾਈਡ ਕਰੀਏ। ਸਾਡੇ ਜੋ ਗੋਲ ਆ ਉਹ ਬਹੁਤ ਜ਼ਿਆਦਾ ਉੱਪਰ ਆ, ਜਿੱਥੇ ਤੇ ਦੱਸਣਾ ਵੀ ਚਾਹੀਏ ਤੁਹਾਨੂੰ, ਤੇ ਤੁਹਾਨੂੰ ਸਮਝ ਤੋਂ ਬਾਹਰ ਹੋ ਜਾਣੇ ਆ। ਬਹੁਤ ਉੱਪਰ ਤੱਕ ਅਸੀਂ ਸੋਚ ਕੇ ਚੀਜ਼ਾਂ ਚੱਲਦੇ ਹਾਂ। ਅਸੀਂ 100% ਪਲੇਸਮੈਂਟ ਦਿੰਦੇ ਹਾਂ, ਬਹੁਤ ਇਹ ਛੋਟੀਆਂ ਚੀਜ਼ਾਂ ਨਹੀਂ ਹੁੰਦੀਆਂ। ਅਤੇ ਸਾਡੇ ਕੁਛ ਤੁਸੀਂ ਦੇਖ ਵੀ ਲਓਗੇ, ਸਾਡੇ ਜੋ ਏਮ ਆ, ਸਾਡਾ ਵਿਜ਼ਨ ਆ, ਮਿਸ਼ਨ ਆ, ਜੋ ਵੀ ਹੈਗਾ ਸਾਡੀ ਵੈਬਸਾਈਟ ਤੁਹਾਨੂੰ ਮਿਲ ਜਾਣਾ। ਅਸੀਂ ਕੀ ਕਰਨਾ ਚਾਹੁੰਦੇ ਹਾਂ, ਇਹ ਸਾਰਾ ਕੁਛ ਚੈੱਕ ਕਰਕੇ ਦੇਖ ਕੇ ਫਿਰ ਜਾ ਕੇ ਇੱਕ ਫਾਈਨਲ ਕੋਰਸ ਰੈਡੀ ਹੁੰਦਾ, ਜਿਹੜਾ ਕਿ ਜੋਬ ਰੈਡੀ ਕੋਰਸ ਹੁੰਦਾ। ਤਾਂ ਇਸ ਲਈ ਅਸੀਂ ਕਾਫੀ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਐਪਰੀਸ਼ੀਏਟ ਖੁਦ ਨੂੰ ਵੀ ਕਰੀਦਾ। ਅਸੀਂ ਮੋਟੀਵੇਟ ਵੀ ਰਹਿੰਦੇ ਕਿ ਜੋ ਚੀਜ਼ ਅਸੀਂ ਕਰਦੇ ਪਏ, ਇੱਕ ਹਿਸਾਬ ਦਾ ਕਹਿ ਲਓ ਸੇਵਾ ਹੀ ਹੋ ਜਾਂਦੀ ਹੈ। ਜਿੱਥੇ ਤੁਸੀਂ ਪੜ੍ਹਾਉਂਦੇ ਤਾਂ ਹੈਗੇ ਹੀ, ਉਹਦੇ ਤਾਂ ਤੁਸੀਂ ਚਾਰਜਿਸ ਕਰਦੇ, ਬਟ ਤੁਹਾਡਾ ਕਰੀਅਰ ਜਿਹੜਾ ਅੱਗੇ ਆ ਪੂਰੇ ਦਾ ਪੂਰਾ ਡਿਵੈਲਪ ਕਰਨਾ, ਉਹ ਸਾਨੂੰ ਇੱਕ ਮੋਟੀਵੇਟ ਕਰਦਾ। ਅਤੇ ਜਦੋਂ ਤੁਹਾਡੇ ਰਿਜ਼ਲਟ ਆਉਂਦੇ, ਸਾਡੇ ਲਈ ਉਹੀ ਮੋਟੀਵੇਸ਼ਨਸ ਹੈਗੀ। ਜਦੋਂ ਤੁਸੀਂ ਆ ਕੇ ਕਹਿੰਦੇ ਆ ਕਿ ਸਰ ਜੋਬ ਲੱਗ ਗਈ ਆ, ਵਧੀਆ ਹੋ ਗਿਆ, ਪਲੇਸਮੈਂਟਸ ਹੋ ਗਈਆਂ, ਸਿੰਪਲ। ਕਿਉਂਕਿ ਇਹ ਚੀਜ਼ਾਂ ਇੰਟਰਸਟਿੰਗ ਆ, ਵਧੀਆ ਲੱਗਦੀਆਂ ਸਾਨੂੰ ਕਰਨੀਆਂ, ਇਸ ਕਰਕੇ ਅਸੀਂ ਕਰਦੇ ਹਾਂ। ਅਤੇ ਕੁਛ ਚੀਜ਼ਾਂ ਅਸੀਂ ਆਪਣੀ ਲਾਈਫ 'ਚ ਮੈਂ ਦੇਖੀਆਂ, ਪਹਿਲੇ ਵੀ ਕਈ ਵੀਡੀਓਜ਼ ਦੇਖਿਆ, ਕੁਛ ਮੈਂ ਉਹੀ ਚੀਜ਼ ਕਰਨ ਦੀ ਕੋਸ਼ਿਸ਼ ਕਰਦਾ ਪਿਆ ਕਿ ਜਿਹੜੀ ਚੀਜ਼ ਮੈਂ ਸੋਚਦਾ ਸੀਗਾ ਕੋਈ ਮੇਰੇ ਲਈ ਕਰਦਾ ਜਿਸ ਟਾਈਮ ਮੈਂ ਕਾਲਜ 'ਚ ਸੀਗਾ, ਠੀਕ ਹੈ। ਅਤੇ ਮੈਨੂੰ ਪਤਾ ਕਿ ਅੱਜ ਦੇ ਟਾਈਮ 'ਚ ਹਰ ਇੱਕ ਬੰਦੇ 'ਚ ਪੋਟੈਂਸ਼ੀਅਲ ਹੈਗਾ, ਹਰ ਇੱਕ ਬੰਦਾ ਦੇ ਅੰਦਰ ਕੁਛ ਨਾ ਕੁਛ ਤਾਂ ਯੂਨੀਕ ਹੈਗਾ ਹੀ ਆ, ਅਤੇ ਉਹ ਕਾਮਯਾਬ ਹੋ ਸਕਦਾ। ਬਸ ਉਹਨੂੰ ਇੱਕ ਹੀ ਚੀਜ਼ ਦੀ ਜ਼ਰੂਰਤ ਹੈਗੀ ਆ, ਉਹ ਹੈਗੀ ਉਹਨੂੰ ਸਹੀ ਡਾਇਰੈਕਸ਼ਨ, ਗਾਈਡੈਂਸ, ਅਤੇ ਉਹ ਅਸੀਂ ਪ੍ਰੋਵਾਈਡ ਕਰਦੇ ਹਾਂ। ਸੋ ਇੰਨਾ ਕੁ ਸਿੰਪਲ, ਜ਼ਿਆਦਾ ਕੁਛ ਨਹੀਂ ਹੈਗਾ ਕਿ ਸਿੰਪਲ 100% ਪਲੇਸਮੈਂਟ ਕੋਰਸ ਦੇਣਾ ਸਾਡੇ ਲਈ ਕੋਈ ਵੱਡੀ ਗੱਲ ਨਹੀਂ ਹੈਗੀ। ਬਟ ਸਾਡੇ ਲਈ ਬਸ ਛੋਟੀਆਂ ਜਿਹੀਆਂ ਟਰਮ ਐਂਡ ਕੰਡੀਸ਼ਨਸ ਹੁੰਦੀਆਂ, ਉਹਦੇ ਅੰਦਰ ਇਹੀ ਚੀਜ਼ਾਂ ਰਹਿੰਦੀਆਂ ਕਿ ਬਸ ਪੰਚੁਅਲ ਰਹੋ। ਉਹ ਵੀ ਚੀਜ਼ ਅਸੀਂ ਤੁਹਾਨੂੰ ਕੁਛ ਸਿਖਾਈ ਦਿੰਦੇ, ਪੰਚੁਅਲ ਰਹਿਣਾ, ਬਹਾਨੇ ਜਿਹੜੇ ਤੁਸੀਂ ਛੁੱਟੀਆਂ ਮਾਰਦੇ, ਬਸ ਸਾਡੇ ਲਈ ਹੈ ਕਿ ਤੁਸੀਂ ਕਲਾਸਿਸ ਰੈਗੂਲਰ ਲਗਾਓ ਔਰ ਅਸੀਂ ਤੁਹਾਨੂੰ ਪਲੇਸਮੈਂਟ ਦੇਵਾਂਗੇ। ਬਸ ਸਿੰਪਲ ਐਂਡ ਲੌਜੀਕਲੀ।